ਸਰਕਾਰ ਉਹ ਕਰੈਕਟਰ ਆ ਜਿਹਨੇ ਮੈਮੋ ਗੇਟ ਕੀਤਾ ਸੀਗਾ ਤੇ ਜਿਹਦੇ ਵਿੱਚ ਮੀਆਂ ਮੁਹੰਮਦ ਨਵਾਜ਼ ਸ਼ਰੀਫ ਖਵਾਜਾ ਆਸਫ ਸਾਰੇ ਉਦੋਂ ਸੁਪਰੀਮ ਕੋਰਟ ਗਏ ਸੀਗੇ। ਇਹਦਾ ਨਾਂ ਹੁਸੈਨ ਹਕਾਨੀ ਆ। ਇਹ ਕਿਸੇ ਦੌਰ ਦੇ ਵਿੱਚ ਜਮਾਤ ਇਸਲਾਮੀ ਦੇ ਵਿੱਚ ਹੁੰਦਾ ਸੀ। ਇਹਦੀਆਂ ਹਰਕਤਾਂ ਵੇਖ ਕੇ ਨਾ ਉਹਨਾਂ ਨੇ ਇਹਨੂੰ ਆਪਣੀ ਜਮਾਤ ਦੇ ਵਿੱਚੋਂ ਕੱਢ ਦਿੱਤਾ। ਇਹ ਫਿਰ ਭਗੌੜਾ ਹੋ ਗਿਆ ਸੀ। ਇਹ ਮੁੜ ਕੇ ਪੀਪਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀਗਾ। ਇਹ ਜਦੋਂ ਇੱਜ਼ਤ ਮਾਪ 2008 ਤੋਂ ਲੱਗ ਕੇ 2013 ਤੱਕ ਆਸਫ ਜ਼ਰਦਾਰੀ ਪ੍ਰੈਜ਼ੀਡੈਂਟ ਰਹੇ, ਪੀਪਾ ਪਾਰਟੀ ਦੀ ਹਕੂਮਤ ਰਹੀ ਹੈ ਨਾ, ਇਹ ਗਾਲਬਨ ਅਮਰੀਕਾ ਦੇ ਵਿੱਚ ਸਫੀਰ ਵੀ ਰਿਹਾ ਸੀਗਾ। ਤੇ ਉਹੀ ਮੈਮੋ ਗੇਟ ਹੋਇਆ। ਇਹ ਉਹ ਕਰੈਕਟਰ ਆ। ਇਹ ਪਾਕਿਸਤਾਨ ਆਇਆ ਸੀਗਾ। ਇਹਦੇ ਮੁੜ ਕੇ ਕੋਈ ਗ੍ਰਿਫਤਾਰੀ ਦਾ ਵਾਰੰਟ ਵਗੈਰਾ ਜਾਰੀ ਕਰਤੇ। ਇਹਨੂੰ ਮੁੜ ਕੇ ਜ਼ਮਾਨਤ ਦੇ ਕੇ ਇੱਥੋਂ ਕੱਢਿਆ। ਫਿਰ ਬੜੀ ਦੇਰ ਮਤਲੂਬ ਰਿਹਾ ਹੁੰਦਾ ਤੇ ਸਾਨੂੰ ਨਹੀਂ ਪਤਾ। ਮੁੜ ਕੇ ਪਾਕਿਸਤਾਨ ਨਹੀਂ ਮਸਲਨ ਆਇਆ। ਇਹ ਲੋਕ ਆ ਦੇਖ ਲਾ ਅੱਜ ਵੀ ਪਾਕਿਸਤਾਨੀ ਸਿਆਸਤ ਤੇ ਲੈਕਚਰ ਦੇ ਰਿਹਾ। ਇਹ ਐਸੇ ਕਿਰਦਾਰ ਨੇ, ਐਸੇ ਗੰਦੇ ਕਿਰਦਾਰ ਨੇ। ਇਹ ਜਦੋਂ ਚਾਹਣ ਚੋਰ ਬਣ ਜਾਣ, ਜਦੋਂ ਚਾਹਣ ਸਾਧ ਬਣ ਜਾਣ ਹੈ। ਤੇ ਜਦੋਂ ਇਹਨਾਂ ਨੇ ਸਾਡੇ ਉਦੋਂ ਦਾਰੇ ਦੇ ਖਿਲਾਫ ਗੱਲ ਕੀਤੀ ਸੀ ਨਾ, ਖੁਦਾ ਗਵਾਹ ਵਾ, ਟਿਕਟੌਕ ਇਹ ਬਹੁਤ ਹੁੰਦਾ ਕੁਝ ਨਹੀਂ ਸੀ। ਫੇਸਬੁੱਕ ਤੇ ਤਹਿਰੀਰਾਂ ਵਗੈਰਾ ਲਿਖਦੇ ਸੀਗੇ ਤੇ ਉਦੋਂ ਅਸੀਂ ਬੜੀ ਖੂਬ ਵਜਾਈ ਸੀ ਕਿਉਂਕਿ ਸਾਡੀ ਅਦਾਰੇ ਦੀ ਇੱਜ਼ਤ ਨੂੰ ਛਾਲਿਆ ਸੀਗਾ। ਮਗਰ ਮੈਨੂੰ ਹੁਣ ਇਹ ਨਹੀਂ ਸਮਝ ਆਉਣ ਡਈ ਵੀ ਹਾਜੀ ਨਮਾਜ਼ੀ ਕਿਹਨੇ ਬਣਾਤਾ, ਸਾਡੇ ਪਾਕਿਸਤਾਨ ਦੀ ਸਿਆਸਤ ਕਿਹਨੇ ਦਖਲਅੰਦਾਜ਼ੀ ਦੀ ਇਜਾਜ਼ਤ ਦਿੱਤੀ ਆ। ਬਾਕੀ ਇਸ ਤਰ੍ਹਾਂ ਦੇ ਲੋਕ ਸਹੀ ਆ। ਇਹ ਝੂਠੇ ਜਿਹੜੇ ਲੋਕ ਆ ਨਾ, ਇਹਨਾਂ ਦੀ ਹੀ ਇੱਜ਼ਤ ਆ। ਇਮਾਨਦਾਰ ਬੰਦੇ ਦੀ ਕੋਈ ਇੱਜ਼ਤ ਨਹੀਂ। ਉਹਦੀ ਤਾਂ ਘਰ ਕੋਈ ਨਹੀਂ ਗੱਲ ਸੁਣਦਾ। ਉਹ ਕਹਿੰਦੇ ਦੀ ਜ਼ਬਾਨ ਨਹੀਂ ਆਪਣੀ, ਦਾ ਮੂੰਹ ਨਹੀਂ ਆਪਣਾ। ਏਦਾਂ ਦੇ ਮੁਨਾਫਿਕ ਜਿਹੜੇ ਜੋ ਚਾਹਣ ਸੋ ਕਰਨ। ਇਹ ਕਰੈਕਟਰ ਜਿਹੜੇ ਆ ਨਾ, ਇਹ ਕਰੈਕਟਰ ਆ ਜਿਨ੍ਹਾਂ ਦੀ ਜ਼ਿੰਦਗੀ ਸਫੀਰ ਵੀ ਲੱਗ ਜਾਂਦੇ ਆ, ਬਾਦਸ਼ਾਹ ਦੇ ਸਾਹਮਣੇ ਵੀ ਆ, ਜਾਂਦੇ ਵੀ ਆ। ਅੱਲਾ ਪਨਾਹ ਦੇਵੇ ਇਹੋ ਜਿਹੇ ਲੋਕਾਂ ਦੇ ਉੱਤੇ ਸਾਨੂੰ।